ਪਿਆਰੇ ਵਿਦਿਆਰਥੀਓ, ਅੱਜ ਆਪਾਂ ਦਲੀਪ ਕੌਰ ਟਿਵਾਣਾ ਦੇ ਰਚੇ ਹੋਏ ਨਾਵਲ ਇਹੋ ਹਮਾਰਾ ਜੀਵਨਾ ਬਾਰੇ ਚਰਚਾ ਕਰਾਂਗੇ। ਦਲੀਪ ਕੌਰ ਟਿਵਾਣਾ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਪੰਜਾਬੀ ਸਾਹਿਤ ਜਗਤ ਦੇ ਸਿਰਮੌਰ ਹਸਤਾਖਰ ਹਨ। ਉਹਨਾਂ ਨੇ ਪੰਜਾਬੀ ਗਲਪ ਨੂੰ ਭਰਪੂਰ ਖਜ਼ਾਨਾ ਦਿੱਤਾ, ਜਿਨ੍ਹਾਂ ਵਿੱਚ ਢੇਰ ਸਾਰੇ ਨਾਵਲ, ਕਹਾਣੀਆਂ ਉਹਨਾਂ ਦੇ ਰਚੇ ਹੋਏ ਹਨ ਅਤੇ ਸਮਾਜ ਦੇ ਵੱਖ-ਵੱਖ ਜਿਹੜੇ ਮੁੱਦਿਆਂ ਬਾਰੇ ਚਾਨਣਾ ਪਾਉਂਦੇ ਹਨ। ਟਿਵਾਣਾ ਦਾ ਨਾਵਲ ਇਹੋ ਹਮਾਰਾ ਜੀਵਨਾ, ਜਿਸ ਦੀ ਕਿ ਅੱਜ ਆਪਾਂ ਚਰਚਾ ਕਰਨ ਜਾ ਰਹੇ ਹਾਂ, 1968 ਵਿੱਚ ਛਪਿਆ ਅਤੇ 1971 ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਅਵਾਰਡ ਨਾਲ ਸਨਮਾਨਿਆ ਗਿਆ। ਇਸ ਨਾਵਲ ਵਿੱਚ ਲੇਖਕਾਂ ਨੇ ਸਾਡੇ ਸਮਾਜਿਕ ਅਤੇ ਸੱਭਿਆਚਾਰਕ ਪ੍ਰਬੰਧ ਵਿੱਚ ਇਸਤਰੀ ਦੀ ਬੇਵਸੀ ਅਤੇ ਦੁਰਦਸ਼ਾ ਭਰੀ ਤਰਾਸਦਿਕ ਹਾਲਤ ਨੂੰ ਪੇਸ਼ ਕੀਤਾ ਹੈ। ਇਹ ਗੱਲ ਤਾਂ ਕਿਸੇ ਤੋਂ ਵੀ ਗੁੱਝੀ ਨਹੀਂ ਕਿ ਸਾਡੇ ਸਮਾਜ ਵਿੱਚ ਇਸਤਰੀ ਨਾਲ ਜਨਮ ਤੋਂ ਲੈ ਕੇ ਵਿਤਕਰਾ ਜਿਹੜਾ ਹੈਗਾ ਉਹ ਕੀਤਾ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਕੁੱਖ ਤੋਂ ਸਿਵਿਆਂ ਤੱਕ ਔਰਤ ਜਿਹੜੀ ਹੈਗੀ ਹੈ ਇੱਕ ਪਲ ਵੀ ਸਾਹ ਨਹੀਂ ਲੈਂਦੀ, ਯਾਨੀ ਕਿ ਉਸ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਲੀਪ ਕੌਰ ਟਿਵਾਣਾ ਨੇ ਇਸਤਰੀ ਨਾਲ ਹੁੰਦੇ ਇਸ ਧੱਕੇ, ਜ਼ਬਰ ਅਤੇ ਅਨਿਆਂ ਨੂੰ ਉਸਦੇ ਵਿਆਹ ਦੇ ਸੰਦਰਭ ਵਿੱਚ ਪੇਸ਼ ਕੀਤਾ ਹੈ। ਵਿਆਹ ਦੇ ਮਾਮਲੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਗੱਲ ਨੂੰ ਮਹੱਤਵ ਹੀ ਨਹੀਂ ਦਿੱਤਾ ਜਾਂਦਾ ਕਿ ਕੁੜੀ ਵਿਆਹੁਣ ਯੋਗ ਹੋਈ ਵੀ ਹੈ ਜਾਂ ਨਹੀਂ, ਸਗੋਂ ਗਰੀਬ ਘਰਾਂ ਵਿੱਚ ਪੈਸਿਆਂ ਦੀ ਲੋੜ ਪੂਰੀ ਕਰਨ ਲਈ ਉਸਨੂੰ ਗਊਆਂ ਮੱਝਾਂ ਦੀ ਤਰ੍ਹਾਂ ਵੇਚ ਦਿੱਤਾ ਜਾਂਦਾ ਹੈ ਜਾਂ ਅਣਜੋੜ ਪਤੀਆਂ ਨਾਲ ਨਰੜ ਦਿੱਤਾ ਜਾਂਦਾ ਹੈ, ਜਿਵੇਂ ਕਿ ਇਸ ਨਾਵਲ ਦੀ ਨਾਇਕਾ ਭਾਨੋ ਨਾਲ ਹੁੰਦਾ ਹੈ। ਭਾਨੋ ਗਰੀਬ ਕਿਸਾਨ ਪਰਿਵਾਰ ਨਾਲ ਸੰਬੰਧਿਤ ਇੱਕ ਗਰੀਬ ਔਰਤ ਹੈ। ਉਸਦਾ ਨਸ਼ੇਬਾਜ਼ ਭਰਾ ਜਿਹੜਾ ਹੈਗਾ ਉਹ ਗਰਮ ਸ਼ਰਾਬ ਪੀਣ ਕਰਕੇ ਬਿਮਾਰ ਹੋ ਜਾਂਦਾ ਹੈ ਅਤੇ 3 ਸਾਲ ਤੱਕ ਬਿਮਾਰ ਮੰਜੇ 'ਤੇ ਪਿਆ ਰਹਿੰਦਾ ਹੈ। ਉਸਦੇ ਜਿਹੜਾ ਇਲਾਜ ਲਈ ਘਰ ਦਾ ਸਭ ਕੁਝ ਵਿਕ ਜਾਂਦਾ ਹੈ ਅਤੇ ਅੰਤ ਜਿਹੜਾ ਉਸਦੇ ਇਲਾਜ ਦੇ ਲਈ ਭਾਨੋ ਨੂੰ ਵੇਚ ਦਿੱਤਾ ਜਾਂਦਾ ਹੈ। ਉਸਦੇ ਮਾਪਿਆਂ ਦੁਆਰਾ ਮੋਰਾਂ ਅਲੀ ਦੇ ਸਰਬਨ ਕੋਲ ਵੇਚਿਆ ਜਾਂਦਾ ਹੈ। ਬੇਸ਼ੱਕ ਉਸ ਨੂੰ ਸਰਬਨ ਨੇ ਹਰ ਪ੍ਰਕਾਰ ਦੇ ਸੁੱਖ ਦਿੱਤੇ, ਪਰੰਤੂ 5 ਭਰਾਵਾਂ ਵਿੱਚੋਂ ਉਹ ਇੱਕੋ ਵਿਆਹਿਆ ਹੋਣ ਕਰਕੇ ਬਾਕੀ ਭਾਨੋ ਉੱਤੇ ਬੁਰੀ ਨਜ਼ਰ ਰੱਖਣ ਲੱਗੇ। ਇਸ ਤਰ੍ਹਾਂ ਭਾਨੋ ਦੀਆਂ ਮੁਸੀਬਤਾਂ ਜਿਹੜੀਆਂ ਘਟੀਆਂ ਨਹੀਂ, ਵੱਧਦੀਆਂ ਤੁਰੀਆਂ ਗਈਆਂ। ਇਹ ਦੇਖ ਕੇ ਭਾਨੋ ਅਤੇ ਸਰਬਨ ਵੱਖਰੇ ਰਹਿਣ ਲੱਗ ਪਏ, ਪਰੰਤੂ ਇੱਕ ਦਿਨ ਭਰਾਵਾਂ ਨਾਲ ਖੇਤਾਂ ਵਿੱਚ ਹੋਏ ਝਗੜੇ ਕਰਕੇ ਜਿਹੜਾ ਸੱਟਾਂ ਵੱਜਣ ਕਰਕੇ ਸਰਬਨ ਦੀ ਮੌਤ ਹੋ ਗਈ। ਹੁਣ ਭਾਨੋ ਮੁਸੀਬਤਾਂ ਦੇ ਪਹਾੜ ਟੁੱਟ ਪਏ। ਜਦੋਂ ਆਪਣੇ ਪਤੀ ਦੇ ਭਰਾਵਾਂ ਦੇ ਜਦੋਂ ਜ਼ੋਰ ਪਾਉਣ ਉੱਤੇ ਵੀ ਉਹ ਉਹਨਾਂ ਦੇ ਨਾਲ ਰਹਿਣ ਨੂੰ ਤਿਆਰ ਨਾ ਹੋਈ, ਤਾਂ ਉਸਦੇ ਪਿਓ ਨੇ ਉਹਨੂੰ ਮੁੜ ਵੇਚਣ ਦੇ ਲਈ ਜਿਹੜੀ ਤਿਆਰੀ ਖਿੱਚ ਲਈ। ਭਾਨੋ ਨੂੰ ਇਹ ਗੱਲ ਪਸੰਦ ਨਾ ਆਈ ਤਾਂ ਉਹ ਆਨੇ ਬਹਾਨੇ ਲਗਾ ਕੇ ਜਿਹੜਾ ਹੋਰ ਤੀਵੀਆਂ ਦੇ ਨਾਲ ਹਰਿਦੁਆਰ ਚਲੀ ਜਾਂਦੀ ਆ ਅਤੇ ਉੱਥੇ ਜਾ ਕੇ ਜਿਹੜਾ ਹੈਗਾ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਦੀ ਹੈ, ਗੰਗਾ ਵਿੱਚ ਛਾਲ ਮਾਰ ਕੇ। ਜਿੱਥੇ ਨਰੈਣ ਅਮਲੀ ਜਿਹੜਾ ਗੰਗਾ ਗਿਆ ਹੁੰਦਾ ਤਾਂ ਉਸਦੇ ਯਤਨਾਂ ਦੇ ਨਾਲ ਉਹ ਬਚ ਜਾਂਦੀ ਹੈ ਅਤੇ ਉਹਨੂੰ ਨਰੈਣ ਅਮਲੀ ਆਪਦੇ ਘਰ ਲੈ ਜਾਂਦਾ। ਉਹ ਉਸਦੇ ਘਰ ਵਿੱਚ ਉਹਦੀ ਪਤਨੀ ਬਣ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਅਤੇ ਪਰੰਤੂ ਜਿਹੜਾ ਨਰੈਣ ਹੈ ਉਹ ਭਾਨੋ ਤੋਂ ਉਮਰ ਦੇ ਵਿੱਚ ਵੱਡਾ। ਇੱਥੇ ਇਹ ਵੀ ਗੱਲ ਵੇਖਣਯੋਗ ਹੈ ਕਿ ਨਰੈਣ ਅਮਲੀ ਜਿਹੜਾ ਹੈਗਾ ਪਹਿਲਾਂ ਵੀ ਇੱਕ ਮੁੱਲ ਦੀ ਤੀਵੀਂ ਲੈ ਕੇ ਆਇਆ ਸੀ, ਪਰ ਉਹ ਉਹਦੇ ਘਰੇ ਟਿਕੀ ਨਹੀਂ ਸੀ, ਕਿਉਂਕਿ ਉਹ ਉਸਦੇ ਮਾਂ ਪਿਓ ਨੂੰ ਜਿਹੜਾ ਹੈਗਾ ਮੁੜ ਉਹਨੂੰ ਵੇਚਣ ਦੀ ਜਿਹੜੀ ਲਲਕ ਲੱਗੀ ਹੋਈ ਸੀ, ਪੈਸੇ ਜਿਹੜੇ ਕਮਾਉਣ ਦੀ। ਫਿਰ ਕੀ ਵਾਪਰਦਾ ਕਿ ਨਰੈਣ ਦੇ ਘਰ ਰਹਿੰਦੀ ਭਾਨੋ ਜਿਹੜੀ ਹੈਗੀ ਆ ਉਹ ਆਪਦੇ ਪਹਿਲੇ ਪਤੀ ਨੂੰ ਵੀ ਯਾਦ ਕਰਦੀ ਆ, ਕਿਉਂਕਿ ਉਸਦਾ ਪਹਿਲੇ ਪਤੀ ਨੇ ਉਸਨੂੰ ਜਿਹੜਾ ਉਹਦਾ ਖਿਆਲ ਰੱਖਿਆ ਸੀ। ਭਾਨੋ ਜਿਹੜੀ ਹੈਗੀ ਆ ਨਰੈਣ ਦੇ ਘਰ ਨੂੰ ਸਵਰਗ ਬਣਾ ਦਿੰਦੀ ਹੈ। ਉਹ ਉਸਦੇ ਮਕਾਨ ਨੂੰ ਸਵਰਗ ਘਰ ਬਣਾਉਂਦੀ ਆ, ਉਸਦੀ ਲਿਪਾ ਪੋਚੀ ਕਰਦੀ ਆ, ਉਹਨੂੰ ਇੱਕ ਚੰਗੀ ਸੁਘੜ ਗ੍ਰਹਿਣੀ ਦਾ ਰੂਪ ਧਾਰ ਲੈਂਦੀ ਆ ਅਤੇ ਨਰੈਣ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰਦੀ ਆ। ਉਹਨੂੰ ਉਸਦੇ ਨਸ਼ੇ ਕਰਨੇ ਜਾਂ ਸ਼ਰਾਬ ਪੀਣੀ ਚੰਗੀ ਨਹੀਂ ਲੱਗਦੀ ਸੀ। ਨਰੈਣ ਦੀਆਂ ਹੋਰ ਆਦਤਾਂ ਵੀ ਉਹ ਸੁਧਾਰਦੀ ਆ, ਪਰ ਇੱਥੇ ਵੀ ਉਹਦੀਆਂ ਮੁਸੀਬਤਾਂ ਦਾ ਅੰਤ ਨਹੀਂ ਹੁੰਦਾ, ਕਿਉਂਕਿ ਨਰੈਣ ਦਾ ਇੱਕ ਦੋਸਤ ਹੈ ਜਾਗਰ, ਉਹ ਉਸਦੇ ਉੱਪਰ ਬੁਰੀ ਨਜ਼ਰ ਰੱਖਦਾ ਔਰ ਉਸਨੂੰ ਵੇਲੇ ਕਵੇਲੇ ਤਕਾਉਂਦਾ। ਪਰੰਤੂ ਜਿਹੜੀ ਭਾਨੋ ਜਦੋਂ ਉਸਨੂੰ ਕੋਈ ਰਾਹ ਨਹੀਂ ਦਿੰਦੀ ਤਾਂ ਨਰੈਣ ਨੂੰ ਉਹ ਉਲਟੀਆਂ ਚੁਗਲੀਆਂ ਲਗਾ ਕੇ
ਜਿਹੜਾ ਭਾਨੋ ਨੂੰ ਕੁਟਵਾਉਂਦਾ ਵੀ ਹੈ। ਇਸ ਤਰ੍ਹਾਂ ਜਿਹੜਾ ਹੈਗਾ ਭਾਨੋ ਦੀ ਅਗਲੀ ਮੁਸੀਬਤ ਜਿਹੜੀ ਹੈਗੀ ਆ ਉਹ ਇਹ ਹੈਗੀ ਉਹ ਮਾਂ ਨਹੀਂ ਬਣ ਸਕਦੀ। ਔਰ ਸਾਡੇ ਸਮਾਜ ਦੇ ਵਿੱਚ ਜਿਹੜੀ ਔਰਤ ਦੀ ਸਭ ਤੋਂ ਵੱਡੀ ਤਰਾਸਦੀ ਹੈ ਕਿ ਜੇਕਰ ਉਹ ਬੱਚਾ ਪੈਦਾ ਨਹੀਂ ਕਰ ਸਕਦੀ ਤਾਂ ਉਹ ਕਿਸੇ ਜਿਹੜਾ ਮਾਣ ਸਨਮਾਨ ਦਾ ਪਾਤਰ ਨਹੀਂ ਬਣਦੀ। ਇਹ ਸਾਡੇ ਸੱਭਿਆਚਾਰਕ ਸਿਸਟਮ, ਸਾਡੇ ਸਮਾਜਿਕ ਸਿਸਟਮ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਜਿਹੜੀ ਗਿਲਾਨੀ ਭਰੀ ਗੱਲ ਹੈ। ਤਾਂ ਜਦੋਂ ਉਹ ਨਹੀਂ ਬਣ ਸਕਦੀ, ਮਾਂ ਬੱਚਾ ਪੈਦਾ ਕਰਕੇ ਨਹੀਂ ਦੇ ਸਕਦੀ, ਤਾਂ ਨਰੈਣ ਦਾ ਭਣੋਈਆ ਹੈਗਾ ਹਰੀਆ, ਉਸਨੇ ਉਸਨੂੰ ਜਿਹੜਾ ਭਾਗਵੰਤੀ ਨਾਂ ਦੀ ਜਿਹੜੀ ਉਹਦੀ ਹੈਗਾ ਸਾਲੀ ਹੈ ਉਸ ਦੇ ਨਾਲ ਜਿਹੜਾ ਉਹਨੂੰ ਘਰ ਵਸਾਉਣ ਦੇ ਲਈ ਮਨਾ ਲੈਂਦਾ 600 ਰੁਪਏ ਦੇ ਵਿੱਚ। ਨਰੈਣ ਤਾਂ ਇਸ ਦੇ ਲਈ ਤਿਆਰ ਹੋ ਜਾਂਦਾ, ਪਰ ਭਾਨੋ ਮਨੋਂ ਤਿਆਰ ਨਹੀਂ ਹੁੰਦੀ ਅਤੇ ਉਹਦਾ ਜਿਹੜਾ ਦਿਲ ਜਿਹੜਾ ਟੁੱਟ ਜਾਂਦਾ। ਇਸ ਤੋਂ ਬਾਅਦ ਜਿਹੜੀ ਭਾਨੋ ਕਮਲਿਆਂ ਵਾਂਗ ਜਿਹੜੀ ਰਹਿਣਾ ਸ਼ੁਰੂ ਕਰ ਦਿੰਦੀ ਹੈ ਉਸਦੀ, ਕਿਉਂਕਿ ਉਹਦਾ ਮਨ ਟੁੱਟ ਚੁੱਕਿਆ ਹੁੰਦਾ। ਜਿਹੜਾ ਨਰੈਣ ਉਸਨੂੰ ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਉਹ ਘਰ ਦੀ ਮੁਖਤਿਆਰਨ ਰਹੇਗੀ, ਪਰ ਪਤਾ ਹੈ ਕਿ ਇਹ ਗੱਲ ਅਮਲੀ ਤੌਰ 'ਤੇ ਹੋ ਸਕਣ ਵਾਲੀ ਨਹੀਂ ਸੀ। ਨਰੈਣ ਦੇ ਜਿਹੜਾ ਇਸ ਤਰ੍ਹਾਂ ਦੇ ਵਿਹਾਰ ਤੋਂ ਬਾਅਦ ਮਾਨਸਿਕ ਤੌਰ 'ਤੇ ਟੁੱਟੀ ਜਿਹੜੀ ਭਾਨੋ ਹੈਗੀ ਇੱਕ ਦਿਨ ਕੋਠੇ ਉੱਪਰੋਂ ਡਿੱਗ ਜਾਂਦੀ ਆ ਅਤੇ ਉਸਦੇ ਸੱਟਾਂ ਲੱਗਦੀਆਂ, ਸਿਰ ਵਿੱਚ ਸੱਟ ਲੱਗਦੀ ਆ ਅਤੇ ਜਿਸ ਕਾਰਨ ਉਹਨੂੰ 1.5 ਮਹੀਨਾ ਹੌਸਪੀਟਲ ਦੇ ਵਿੱਚ ਰਹਿਣਾ ਪੈਂਦਾ। ਹਸਪਤਾਲ ਦੇ ਵਿੱਚ ਜਦੋਂ ਉਹ ਵਾਪਸ ਆਉਂਦੀ ਆ ਤਾਂ ਦੇਖਦੀ ਹੈ ਕਿ ਭਾਗਵੰਤੀ ਘਰ ਆ ਚੁੱਕੀ ਆ ਅਤੇ ਜਿਹੜਾ ਹੈਗਾ ਉਹਦੇ ਪ੍ਰਤੀ ਜਿਹੜਾ ਹੈਗਾ ਭਾਗਵੰਤੀ ਦਾ ਦੁਰਵਿਵਹਾਰ ਜਿਹੜਾ ਉਹਨੂੰ ਸਹਿਣਾ ਪੈਂਦਾ। ਕੁਛ ਸਮੇਂ ਬਾਅਦ ਭਾਗਵੰਤੀ ਦੇ ਮੁੰਡਾ ਹੋ ਜਾਂਦਾ, ਜਿਸ ਤੋਂ ਬਾਅਦ ਭਾਨੋ ਦੀ ਪੁੱਛਗਿੱਛ ਬਿਲਕੁਲ ਖਤਮ ਹੋ ਜਾਂਦੀ ਆ। ਸਗੋਂ ਭਾਨੋ ਦੇ ਉੱਪਰ ਭਾਗਵੰਤੀ ਬਹੁਤ ਸਾਰੀਆਂ ਉਂਝਾਂ ਲਗਾਉਂਦੀ ਹੈ। ਨਰੈਣ ਨੂੰ ਇੱਥੋਂ ਤੱਕ ਕਹਿ ਦਿੰਦੀ ਹੈ ਕਿ ਜੇ ਭਾਨੋ ਇਸ ਘਰ ਵਿੱਚ ਰਹੂਗੀ ਤਾਂ ਉਹ ਆਪਦੇ ਪੇਕੇ ਘਰ ਚਲੀ ਜਾਊਗੀ। ਇਸ ਗੱਲ ਤੋਂ ਡਰਦਾ ਨਰੈਣ ਜਿਹੜਾ ਹੈਗਾ ਭਾਨੋ ਨੂੰ ਚੰਦੋ ਵਾਲੇ ਫੱਤੇ ਦੇ ਨਾਲ ਜਿਹੜਾ ਹੈਗਾ ਚੰਦੋ ਵਾਲੇ ਫੱਤੇ ਦੇ ਕੋਲ ਵੇਚਣ ਦਾ ਮਨ ਬਣਾ ਲੈਂਦਾ ਔਰ ਉਸ ਨੂੰ ਵੇਚ ਦਿੰਦਾ। ਅਤੇ ਅੰਤ ਵਿੱਚ ਨਾਵਲ ਦੇ ਭਾਨੋ ਪ੍ਰਦੇਸ਼ਨਾਂ ਵਾਂਗ ਜਿਹੜਾ ਹੈਗਾ ਆਪਦਾ ਪਿੰਡ ਛੱਡ ਕੇ ਜਿਹੜਾ ਉਸਨੇ ਵਸਾਇਆ, ਉਸਨੇ ਜਿਸ ਦੇ ਵਿੱਚ ਘਰ ਦੇ ਵਿੱਚ ਜਿਹੜਾ ਹੈਗਾ ਆਪਣਤ ਭਰਿਆ ਜਿਹੜਾ ਆਪਣਾਪਨ ਖਿਲਾਰਿਆ, ਉਸ ਘਰ ਨੂੰ ਛੱਡ ਕੇ ਜਿਹੜਾ ਚਲੀ ਜਾਂਦੀ ਹੈ, ਪ੍ਰਦੇਸ਼ਨਾਂ ਵਾਂਗ ਚਲੀ ਜਾਂਦੀ ਹੈ। ਤਾਂ ਜਿਹੜਾ ਹੈਗਾ ਇਸ ਨਾਵਲ ਦੇ ਵਿੱਚ ਜਿਹੜਾ ਨਾਵਲਕਾਰ ਨੇ ਜਿਹੜੀਆਂ ਸਾਡੀਆਂ ਪੁਰਾਣਿਕ ਮਿੱਥਾਂ ਹੈਗੀਆਂ, ਪੁਰਾਣਿਕ ਕਾਲ ਦੀਆਂ ਮਿੱਥਾਂ ਜਿਨ੍ਹਾਂ ਨੂੰ ਵਰਤਮਾਨ ਕਾਲ ਦੇ ਪ੍ਰਸੰਗ ਵਿੱਚ ਉਹਨਾਂ ਨੇ ਉਸਾਰਿਆ, ਆਪਣੇ ਬਿਰਤਾਂਤ ਦਾ ਹਿੱਸਾ ਬਣਾਇਆ, ਉਹ ਵੀ ਪੇਸ਼ ਹੋ ਰਹੀਆਂ। ਜਿਵੇਂ ਮਾਰਕਸਵਾਦੀ ਚਿੰਤਨ ਦੇ ਅਨੁਸਾਰ ਜਿਹੜਾ ਹੈਗਾ ਰੱਬ ਜਿਹੜਾ ਅਮੀਰਾਂ ਦੇ ਲਈ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਜਿਹੜੀ ਅਫੀਮ ਆ, ਜਿਹੜੀ ਕਿ ਉਹਦੇ ਜਿਹੜਾ ਸੋਚ ਸ਼ਕਤੀ ਨੂੰ ਬਿਲਕੁਲ ਸੁੰਨ ਕਰ ਦਿੰਦੀ ਹੈ। ਭਾਨੋ ਦਾ ਆਪਣੀ ਸਥਿਤੀ ਲਈ ਰੱਬ ਪ੍ਰਤੀ ਰੋਸ ਉਸਦੀ ਇਸੇ ਦਿਸ਼ਾ ਵੱਲ ਇਸ਼ਾਰਾ ਕਰਦਾ। ਜਿਵੇਂ ਉਹ ਇੱਕ ਨਾਵਲ ਦੇ ਵਿੱਚ ਇੱਕ ਥਾਂ 'ਤੇ ਕਹਿੰਦੀ ਆ, ਹੁਣ ਤਾਂ ਰੱਬ ਵੀ ਜਾਣੀ ਝੂਠਾ ਜਿਹਾ ਲੱਗਣ ਲੱਗ ਪਿਆ। ਤਾਂ ਉਹਦੇ ਉੱਤਰ, ਕਿਉਂਕਿ ਉਹ ਸੰਤੀ ਨਾਲ ਗੱਲਾਂ ਕਰ ਰਹੀ ਹੈ, ਤਾਂ ਸੰਤੀ ਕਹਿੰਦੀ ਆ, ਇਉਂ ਨਾ ਕਹਿ ਕੁੜੇ, ਕੀ ਪਤਾ ਉਸਦੇ ਰੰਗਾਂ ਦਾ, ਉਹ ਖਬਰੇ ਕਿਹੜੀ ਗੱਲੋਂ ਰਾਜੀ ਹੈ। ਅਤੇ ਜਿਹੜੀ ਭਾਨੋ ਹੈ ਉਹ ਕਹਿੰਦੀ ਹੈ, ਲੈ ਬੇਬੇ ਉਹ ਹੋ ਲਵੇ ਰਾਜੀ, ਸਾਡੇ ਨਾਲ ਤਾਂ ਜਿਹੜੀ ਹੋ ਦੇਖੀ ਜਾਊ। ਤਾਂ ਭਾਨੋ ਦੇ ਇਹ ਕਥਨ ਔਰਤ ਦੀ ਸਮਾਜਿਕ ਬੇਕਦਰੀ ਪ੍ਰਤੀ ਉਸ ਦਾ ਸੁਚੇਤ ਹੁੰਗਾਰਾ ਹਨ, ਕਿਉਂਕਿ ਜਿਹੜਾ ਹੈਗਾ ਜਿਵੇਂ ਦਾ ਸੈਕਿੰਡ ਸੈਕਸ ਕਿਤਾਬ ਦੇ ਵਿੱਚ ਸਿਮੋਨ ਲਿਖਦੀ ਹੈਗੀ ਆ ਕਿ ਜਿਹੜੀ ਮਰਦ ਦਾ ਜਿਹੜਾ ਬੁਰਜੂਆਜੀ ਦ੍ਰਿਸ਼ਟੀਕੋਣ ਆ ਉਹਦੀ ਸ਼ਿਕਾਰ ਔਰਤ ਹਮੇਸ਼ਾ ਹੁੰਦੀ ਆ। ਕਿਉਂ ਹੁੰਦੀ ਆ? ਕਿਉਂਕਿ ਉਹ ਅਸੰਗਠਿਤ ਆ ਔਰ ਅਪ੍ਰਯਤਨਸ਼ੀਲ ਆ। ਉਹ ਆਪਣੀ ਦਾ ਸੈਕਿੰਡ ਸੈਕਸ ਕਿਤਾਬ ਦੇ ਵਿੱਚ ਲਿਖਦੀ ਹੈ ਕਿ ਔਰਤ ਨੇ ਕਦੇ ਆਪਣੇ ਆਪ ਨੂੰ ਸੰਗਠਿਤ ਕਰਕੇ ਮਰਦਾਂ ਦੇ ਰੂਬਰੂ ਖੜ੍ਹੇ ਹੋਣ ਦਾ ਯਤਨ ਨਹੀਂ ਕੀਤਾ। ਇਸ ਲਈ ਔਰਤਾਂ ਦਾ ਨਾ ਕੋਈ ਅਤੀਤ ਹੈ, ਨਾ ਇਤਿਹਾਸ, ਅਤੇ ਨਾ ਹੀ ਉਹਨਾਂ ਦਾ ਕੋਈ ਮਜ਼ਹਬ ਹੈ। ਉਹ ਮਰਦ ਦੀ ਦੁਨੀਆ ਵਿੱਚ ਖਿਲਰੀਆਂ ਪਈਆਂ ਹਨ। ਮਰਦ ਜਾਂ ਤਾਂ ਉਹਨਾਂ ਦੇ ਪਿਤਾ ਬਣੇ ਹਨ ਜਾਂ ਪਤੀ ਬਣੇ ਹਨ। ਇਸ ਤਰ੍ਹਾਂ ਜਿਹੜੀ ਹੈਗੀ ਆ ਦਲੀਪ ਕੌਰ ਟਿਵਾਣਾ ਦਾ ਇਹ ਨਾਵਲ ਜਿਹੜਾ ਹੈਗਾ ਇਹ ਬਹੁਤ ਜਿਹੜਾ ਗੂੜ੍ਹੇ ਸਵਾਲ ਖੜ੍ਹੇ ਕਰਦਾ ਸਾਡੇ ਸਮਾਜਿਕ ਸਿਸਟਮ ਪ੍ਰਤੀ। ਜੇ ਬਸ ਅੰਤ ਦੀ ਗੱਲ ਕਰਕੇ ਆਪਾਂ ਇਸ ਚਰਚਾ ਨੂੰ ਸਮਾਪਤ ਕਰਦੇ ਹਾਂ ਕਿ ਅੰਤ ਵਿੱਚ ਜਦੋਂ ਜਿਹੜਾ ਭਾਨੋ ਹੈ ਉਹ ਉਦਾਸ ਅਤੇ ਪ੍ਰਦੇਸ਼ਨਾਂ ਵਾਂਗ ਜਿਹੜਾ ਹੈਗਾ ਬਿਨਾਂ ਘੱਗਰੇ ਤੋਂ ਤੁਰ ਜਾਂਦੀ ਹੈ। ਜਿਹੜਾ ਲਾਸਟ ਵਾਰਤਾਲਾਪ ਖਤਮ ਹੁੰਦਾ, ਲਾਸਟ ਜਿਹੜਾ ਪ੍ਰਸੰਗ ਖਤਮ ਹੁੰਦਾ ਜਿੱਥੇ ਨਾਵਲ ਦਾ, ਤਾਂ ਉਹ ਤੁਰ ਜਾਂਦੀ ਹੈ। ਉਸ ਦਾ ਜਿਹੜਾ ਬਿਨਾਂ ਘੱਗਰੇ ਤੋਂ ਤੁਰ ਜਾਣਾ ਜਿਹੜਾ ਸਥਾਪਿਤ ਮੁੱਲ ਪ੍ਰਬੰਧ ਵਿੱਚ ਪਈ ਹਰ ਬੰਦਿਸ਼ ਤੋਂ ਬਾਗੀ ਹੋ ਜਾਣ ਨੂੰ ਦਰਸਾਉਂਦਾ।
ਉਸਦੀ ਕਿਉਂ ਉਹ ਬਾਗੀ ਹੋ ਗਈ ਹੈ, ਕਿਉਂਕਿ ਉਸਦੀ ਸਵੈ ਸੁੱਚਤਾ ਜਿਹੜੀ ਉਹਨੇ ਰੱਖਣ ਦੀ ਕੋਸ਼ਿਸ਼ ਕੀਤੀ, ਉਹਦੀ ਮਿੱਥ ਵੀ ਟੁੱਟਦੀ ਆ। ਬਲਿਦਾਨ ਉਹਦਾ ਕੀਤਾ ਹੋਇਆ ਬੇਮਾਇਨੇ ਹੋ ਜਾਂਦਾ ਅਤੇ ਔਰਤ ਜਿਹੜੀ ਹੈਗੀ ਆ ਮੰਡੀ ਦੀ ਵਸਤੂ ਹੋਣੀ ਨੂੰ ਕਬੂਲ ਲੈਂਦੀ ਆ ਅਤੇ ਉਹ ਆਪਣਾ ਆਪ ਵਿਕਣਾ ਕਬੂਲ ਕਰ ਲੈਂਦੀ ਆ। ਇੱਥੇ ਆ ਕੇ ਜਿਹੜਾ ਹੈਗਾ ਇਹ ਨਾਵਲ ਜਿਹੜਾ ਦਾ ਅੰਤ ਹੋ ਜਾਂਦਾ, ਬਲਕਿ ਖਤਮ ਹੋ ਜਾਂਦਾ। ਅਤੇ ਔਰਤ ਸਾਡੇ ਸਮਾਜਿਕ ਸਿਸਟਮ ਦੇ ਵਿੱਚ ਔਰਤ ਪ੍ਰਤੀ ਜੋ ਵਿਤਕਰਾ ਕੀਤਾ ਜਾਂਦਾ ਹੈ, ਜਿਸ ਦੀ ਸ਼ਿਕਾਰ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਜਿਹੜੀ ਆਧੁਨਿਕ ਔਰਤ 21ਵੀਂ ਸਦੀ ਦੀ ਔਰਤ ਵੀ ਹੋਰ ਜਿਹੜਾ ਹੈਗਾ ਵਿਸ਼ਵੀਕਰਨ ਦੇ ਰੂਪ ਦੇ ਨਾਲ ਮਤਲਬ ਕਿ ਵਧੇਰੇ ਜਿਹੜਾ ਹੈਗਾ ਪੂੰਜੀਵਾਦੀ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦਾ, ਉਹਦਾ ਇਹ ਸ਼ੋਸ਼ਣ, ਉਹਦੀ ਸ਼ਿਕਾਰ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਅੱਜ ਵੀ ਹੋ ਰਹੀ ਆ।